एवरीवन वेलकम और वेलकम बैक टू माई चैनल BA ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਆਪਾਂ ਸਟਾਰਟ ਕੀਤਾ ਹੋਇਆ ਹੈ, ਜਿਸ ਦੇ ਵਿੱਚ ਆਪਾਂ ਚੀਨੀ ਕ੍ਰਾਂਤੀ ਦੇ ਬਾਰੇ ਪੜਾਂਗੇ। ਕਮਾਲ ਪਾਸ਼ਾ ਅਧੀਨ ਤੁਰਕੀ ਦਾ ਆਧੁਨਿਕੀਕਰਨ ਕਿਵੇਂ ਕੀਤਾ ਗਿਆ, ਇਜ਼ਰਾਈਲ ਦਾ ਉਦੈ ਕਿੱਦਾਂ ਹੋਇਆ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਫਟਾਫਟ ਵੀਡੀਓ ਨੂੰ ਕਰਦੇ ਹਾਂ ਸਟਾਰਟ। ਸੋ ਕਾਜ਼ਜ਼ ਆਫ ਚਾਈਨੀਜ਼ ਰੈਵੋਲਿਊਸ਼ਨ। ਸੋ 1949 ਦੀ ਜਿਹੜੀ ਚੀਨੀ ਕ੍ਰਾਂਤੀ ਸੀਗੀ, ਸੋ ਉਸ ਦੇ ਜਿਹੜੇ ਹੈਗੇ ਨੇ ਕਾਰਨ ਕੀ ਸੀਗੇ, ਠੀਕ ਹੈ। ਸੋ ਕੀ ਸੀਗਾ ਇਸ ਦੇ ਅੰਦਰ। ਚੀਨ ਵਿੱਚ 1911 ਨੂੰ ਇੱਕ ਕ੍ਰਾਂਤੀ ਹੋਈ ਸੀ, ਜਿਸ ਦੇ ਵਿੱਚ ਦੇਸ਼ ਦੇ ਵਿੱਚ ਜਿੰਨੇ ਵੀ ਨਿਰੰਕੁਸ਼ ਰਾਜਤੰਤਰ ਸੀ ਇਹਨਾਂ ਦਾ ਅੰਤ ਹੋ ਗਿਆ, ਗਣਤੰਤਰ ਦੀ ਸਥਾਪਨਾ ਹੋ ਗਈ। ਤਾਂ 38 ਸਾਲ ਬਾਅਦ 1949 ਦੇ ਵਿੱਚ ਇੱਕ ਹੋਰ ਮਹੱਤਵਪੂਰਨ ਕ੍ਰਾਂਤੀ ਆਈ ਹੈ। ਪਹਿਲੀ ਕ੍ਰਾਂਤੀ ਕਦੋਂ ਆਈ ਹੈ? 1911 ਦੇ ਵਿੱਚ, ਅਤੇ ਦੂਜੀ ਜਿਹੜੀ ਹੈਗੀ ਹੈ 38 ਸਾਲ ਦੇ ਬਾਅਦ ਹੋਈ ਹੈ। ਇਸ ਕ੍ਰਾਂਤੀ ਦੇ ਨਾਲ ਕੀ ਹੋਇਆ ਸੀ, ਚੀਨ ਵਿੱਚ ਜਿੰਨੇ ਵੀ ਸਾਮਵਾਦੀ ਸੈਨਾਵਾਂ ਸੀ ਉਹਨਾਂ ਨੇ ਰਾਸ਼ਟਰਵਾਦੀਆਂ ਨੂੰ ਖਦੇੜ ਕੇ ਫਾਰਸੋਮਾ ਭੇਜਤਾ। ਜਿੰਨੇ ਵੀ ਰਾਸ਼ਟਰਵਾਦੀ ਸੀਗੇ, ਜਿਹੜੇ ਵੀ ਦੇਸ਼ ਦੇ ਨਾਲ ਪਿਆਰ ਕਰਦੇ ਸੀ, ਗਣਤੰਤਰ ਦੀ ਮੰਗ ਕਰਦੇ ਸੀ। ਤਾਂ ਇਹ ਕ੍ਰਾਂਤੀ ਤਾਂ ਵੀ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੀ ਸੱਤਾ ਜਿਸ ਦਲ ਦੇ ਹੱਥ 'ਚ ਆ ਗਈ ਉਸ ਦੀ ਵਿਚਾਰਧਾਰਾ ਤਾਂ ਬਿਲਕੁਲ ਅਲੱਗ ਸੀ। ਤਾਂ ਜਿਹੜਾ ਹੁਣ ਦਾ ਚੀਨ ਹੈ, ਆਧੁਨਿਕ ਚੀਨ, ਇਸ ਦੇ ਨਿਰਮਾਣ ਦੇ ਵਿੱਚ ਇਸ ਦਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਚੀਨ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੀ ਲਾਈਨ 'ਚ ਆ ਕੇ ਜਿਹੜਾ ਸੀ ਖੜਾ ਕਰਤਾ। ਤਾਂ ਇਸ ਕ੍ਰਾਂਤੀ ਦੇ ਨਾਲ ਦੇਖੋ ਚੀਨ ਜਿਹੜਾ ਸੀਗਾ ਪਹਿਲਾਂ ਸਿੰਪਲ ਜਿਹਾ ਦੇਸ਼ ਸੀਗਾ, ਲੇਕਿਨ 1938 ਤੋਂ ਬਾਅਦ 'ਚ ਜਿਹੜਾ ਹੈਗਾ ਇਹ ਹੁਣ ਵਾਂਗੂ ਜਿਵੇਂ ਬਹੁਤ ਜ਼ਿਆਦਾ ਇਹ ਸ਼ਕਤੀਸ਼ਾਲੀ ਹੈ, ਬਹੁਤ ਹੀ ਜ਼ਿਆਦਾ ਉਦਯੋਗ ਨੇ ਇੱਥੇ, ਹੈ ਨਾ, ਕਾਫੀ ਸਾਰੀਆਂ ਸੈਨਾਵਾਂ ਇਹਦੀਆਂ ਵਿਕਸਿਤ ਨੇ। ਤਾਂ ਉੱਦਾਂ ਦਾ ਜਿਹੜਾ ਹੈ ਚੀਨ ਇਹ 1938 ਤੋਂ ਬਾਅਦ ਦੇ ਵਿੱਚ ਹੋਂਦ 'ਚ ਆਇਆ। ਤਾਂ ਕ੍ਰਾਂਤੀ ਲਈ ਜ਼ਿੰਮੇਵਾਰ ਪਰਿਸਥਿਤੀਆਂ ਤੇ ਕਾਰਨ ਕਿਹੜੇ ਸੀ? ਫਸਟ ਆਫ ਆਲ ਤਾਂ ਇਹ ਕ੍ਰਾਂਤੀ ਇੱਕਦਮ ਨਹੀਂ ਆ ਗਈ, ਇਸ ਦੇ ਬੀਜ 1911 ਤੋਂ ਹੀ ਜਿਹੜੇ ਸੀ ਬੀਜੇ ਗਏ ਸੀ। ਮਤਲਬ ਕਹਿਣ ਦਾ ਮਤਲਬ 1911 ਦੇ ਟਾਈਮ ਤੋਂ ਹੀ ਕ੍ਰਾਂਤੀ, ਕਿਉਂਕਿ ਰੈਵੋਲਿਊਸ਼ਨ ਉਦੋਂ ਆਈ ਸੀ 1911 ਦੇ ਵਿੱਚ ਪਹਿਲੀ, ਤਾਂ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਸੀ ਵਿਸਫੋਟ ਹੁੰਦਾ ਗਿਆ, ਅਤੇ ਇਹ ਜਿਹੜਾ ਸੀਗਾ ਜ਼ਹਿਰ ਇੱਕਦਮ ਜਿਹੜਾ ਸੀ ਬੰਬ ਦੇ ਰੂਪ ਦੇ ਵਿੱਚ 1949 'ਚ ਆਇਆ, ਮਤਲਬ ਇੱਕਦਮ ਵਿਸਫੋਟ ਹੋਇਆ। ਤਾਂ 1911 ਦੀ ਕ੍ਰਾਂਤੀ ਦਾ ਮੇਨ ਰੀਜ਼ਨ ਸੀ 1949 ਦੀ ਕ੍ਰਾਂਤੀ ਦਾ। ਤਾਂ ਇਸ ਦੇ ਵਿੱਚ ਜਿਹੜੇ ਸੀਗੇ 1911 ਦੀ ਕ੍ਰਾਂਤੀ ਦੇ ਸਿੱਟੇ ਵਜੋਂ ਜਿਹੜੇ ਹੈਗਾ ਚੀਨ ਵਿੱਚ ਮਾਂਚੂ ਵੰਸ਼ ਦਾ ਅੰਤ ਹੋ ਗਿਆ, ਠੀਕ ਹੈ, ਕਿਉਂਕਿ 1911 'ਚ ਕ੍ਰਾਂਤੀ ਆਈ ਸੀ ਤਾਂ ਚੀਨ ਵਿੱਚ ਮਾਂਚੂ ਵੰਸ਼ ਚੱਲ ਰਿਹਾ ਸੀ, ਉਸ ਦਾ ਅੰਤ ਹੋ ਗਿਆ। ਪਰ ਫਿਰ ਰਾਜ ਸੱਤਾ ਲਈ ਸੰਘਰਸ਼ ਚੱਲਦਾ ਰਿਹਾ, ਕਈ ਰਾਜਨੀਤਿਕ ਦਲ ਜਿਹੜੇ ਸੀ ਹੋਂਦ 'ਚ ਆਏ, ਕਈ ਜਿਹੜੇ ਸੀ ਖਤਮ ਹੋ ਗਏ। ਤਾਂ ਕਿਉਮਿਨਤਾਂਗ ਨਾਮਕ ਸਾਮਵਾਦੀ ਦਲ ਜਿਹੜਾ ਸੀ ਸਭ ਤੋਂ ਮਹੱਤਵਪੂਰਨ ਦਲ ਦੇ ਰੂਪ 'ਚ ਉੱਭਰ ਕੇ ਆਇਆ, ਕਿਉਮਿਨਤਾਂਗ। ਤਾਂ ਕਈ ਵਿਦੇਸ਼ੀ ਸ਼ਕਤੀਆਂ ਜਿਵੇਂ ਰੂਸ ਅਤੇ ਜਾਪਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੀਨ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਰਹੇ। ਤਾਂ 1949 ਦੀ ਕ੍ਰਾਂਤੀ ਦਾ ਬੇਸ ਵੀ ਇਹ ਚੀਜ਼ਾਂ ਬਣੀਆਂ, ਕਿਉਂਕਿ ਦੇਖੋ ਆਲੇ ਦੁਆਲੇ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਕ੍ਰਾਂਤੀ ਆ ਰਹੀਆਂ, ਤਾਂ ਇਹ ਕਿੱਦਾਂ ਬਚ ਕੇ ਰਹਿ ਜਾਂਦਾ, ਹੈ ਨਾ। ਤਾਂ 4 ਮਈ ਦਾ ਅੰਦੋਲਨ 1919 ਦੇ ਵਿੱਚ ਪੈਰਿਸ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਸੀ ਸੰਮੇਲਨ ਹੋ ਰਿਹਾ ਸੀ, ਤਾਂ ਚੀਨ ਨੂੰ ਭਾਰੀ ਨਿਰਾਸ਼ਾ ਹੱਥ ਲੱਗੀ। ਸ਼ਾਂਤੀ ਸੰਮੇਲਨ ਦੇ ਫੈਸਲਿਆਂ ਦੇ ਸਿੱਟੇ ਵਜੋਂ ਚੀਨੀ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਜਿਹੜੀ ਸੀ ਜਾਗਰਿਤ ਹੋਈ, ਅਤੇ ਮਿੱਤਰ ਰਾਸ਼ਟਰ ਚੀਨ ਵਿੱਚ ਜਾਪਾਨ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਸਫਲ ਰਹੇ। ਚੀਨ ਦੇ ਲੋਕ ਜਾਪਾਨ ਦੇ ਵਿਰੁੱਧ ਹੋ ਗਏ, ਕਿਉਂਕਿ ਜਾਪਾਨ ਦਾ ਪ੍ਰਭਾਵ ਘੱਟ ਨਹੀਂ ਸੀ ਹੋ ਰਿਹਾ, ਤਾਂ ਕਰਕੇ ਚੀਨੀ ਲੋਕ ਜਿਹੜੇ ਸੀਗੇ, ਚੀਨ ਦੇ ਦਲ ਸੀਗੇ, ਉਹ ਜਾਪਾਨ ਦੇ ਵਿਰੋਧੀ ਹੋ ਗਏ। ਅਤੇ 4 ਮਈ 1919 ਵਿੱਚ ਲਗਭਗ 3000 ਵਿਦਿਆਰਥੀ ਅਧਿਆਪਕਾਂ ਨੇ ਪੀਕਿੰਗ ਵਿੱਚ ਇੱਕ ਭਾਰੀ ਪ੍ਰਦਰਸ਼ਨ ਕੀਤਾ, ਅਤੇ ਇਸ ਭੀੜ 'ਤੇ ਕਾਬੂ ਲੈਣ ਲਈ ਸਰਕਾਰ ਨੇ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਸ਼ਕਤੀ ਤੋਂ ਕੰਮ ਲਿਆ, ਬਹੁਤ ਹੀ ਜ਼ਿਆਦਾ ਮਤਲਬ ਕਿ ਇਹਨਾਂ 'ਤੇ ਕਰੂਰਤਾ ਦਿਖਾਈ ਗਈ, ਜਿਹੜੇ ਵੀ ਵਿਦਿਆਰਥੀ ਅਤੇ ਅਧਿਆਪਕ ਪਾਰਟੀਸਪੇਟ ਕਰ ਰਹੇ ਸੀ ਇਸ ਪ੍ਰਦਰਸ਼ਨ 'ਚ। ਤਾਂ 4 ਮਈ ਦੇ ਦਿਨ ਦੇ ਨਾਲ ਇਸ ਨੂੰ ਜਿਹੜਾ ਹੈ ਪ੍ਰਸਿੱਧ ਹੋਇਆ ਇਹ, ਅਤੇ ਨਵੀਂ ਚੇਤਨਾ ਦਾ ਸੰਚਾਰ ਹੋਇਆ, ਅਤੇ 1949 ਦੀ ਕ੍ਰਾਂਤੀ ਦਾ ਮਾਰਗ ਖੁੱਲ੍ਹ ਗਿਆ। ਵਾਸ਼ਿੰਗਟਨ ਸੰਮੇਲਨ ਅਮਰੀਕਾ ਦੇ ਯਤਨਾਂ ਦੇ ਨਾਲ ਇੱਕ ਅੰਤਰਰਾਸ਼ਟਰੀ ਸੰਮੇਲਨ 1921 ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਬੁਲਾਇਆ ਗਿਆ ਸੀ। ਤਾਂ 9 ਦੇਸ਼ ਇਸ ਦੇ ਵਿੱਚ ਇਹਨਾਂ ਨੇ ਭਾਗ ਲਿਆ, ਅਤੇ 9 ਦੇਸ਼ਾਂ ਨੇ ਵਚਨ ਦਿੱਤਾ ਕਿ ਚੀਨ ਦੀ ਏਕਤਾ, ਅਖੰਡਤਾ ਅਤੇ ਸੁਤੰਤਰਤਾ ਬਣਾਈ ਰੱਖੀ ਜਾਵੇਗੀ। ਇਹ ਵੀ ਕਿਹਾ ਕਿ ਇਹਨਾਂ ਨੂੰ ਚੀਨ ਦੇ ਵਿੱਚ ਜਿਹੜੀਆਂ ਹੈ ਜਿੰਨੀਆਂ ਵੀ ਵਪਾਰਕ ਸਹੂਲਤਾਂ ਨੇ ਇਕੁਅਲ ਰੂਪ ਦੇ ਵਿੱਚ ਦਿੱਤੀਆਂ ਜਾਣਗੀਆਂ, ਅਤੇ 1923 ਤੱਕ 1 ਜਨਵਰੀ 1923 ਤੱਕ ਵਿਦੇਸ਼ੀ ਡਾਕ ਏਜੰਸੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਤਾਂ ਇਸ ਤਰ੍ਹਾਂ ਜਿਹੜਾ ਹੈ ਜਾਪਾਨ ਨੇ ਸ਼ਾਤੁੰਗ ਪ੍ਰਾਂਤ ਦੇ ਵਿੱਚ ਆਪਣੀਆਂ ਸਾਰੀਆਂ ਰਿਆਸਤਾਂ ਤਿਆਗ ਦਿੱਤੀਆਂ, ਅਤੇ ਸਾਰੀਆਂ ਵਿਦੇਸ਼ੀ ਸ਼ਕਤੀਆਂ ਨੇ ਆਪਣੀਆਂ ਸੈਨਾਵਾਂ ਚੀਨ ਤੋਂ ਕੱਢ ਲਈਆਂ, ਕਿਉਂਕਿ ਸਾਰਿਆਂ ਨੇ ਇਹ ਜਿਹੜੇ 9 ਦੇਸ਼ ਸੀ ਇਹਨਾਂ ਨੇ ਸੰਮੇਲਨ ਦੇ ਵਿੱਚ ਪਾਰਟੀਸਪੇਟ ਕੀਤਾ ਸੀ। ਅਤੇ ਚੀਨ ਨੂੰ ਜਿਹੜਾ, ਕਿਉਂਕਿ ਉਸ ਤੋਂ ਪਹਿਲਾਂ ਚੀਨ ਦੇ ਵਿੱਚ ਬਹੁਤ ਹੀ ਜ਼ਿਆਦਾ ਰੈਵੋਲਿਊਸ਼ਨਰੀ ਚੀਜ਼ਾਂ ਹੋ ਰਹੀਆਂ ਸੀ, ਤਾਂ ਕਰਕੇ ਬਾਕੀ ਸਾਰੇ ਦੇਸ਼ਾਂ ਨੇ ਇਹ ਵਚਨ ਦਿੱਤਾ ਸੀ ਕਿ ਚੀਨ ਦੇ ਵਿੱਚ ਏਕਤਾ, ਅਖੰਡਤਾ ਬਣਾ ਕੇ ਰੱਖੀ ਜਾਊਗੀ, ਸੁਤੰਤਰਤਾ ਇਹਨਾਂ ਨੂੰ ਦਿੱਤੀ ਜਾਊਗੀ। ਸੋ ਤਾਂ ਕਰਕੇ ਜਿੰਨੀਆਂ ਵੀ ਇੱਥੇ ਵਿਦੇਸ਼ੀ ਤਾਕਤਾਂ ਚੀਨ ਦੇ ਅੰਦਰ ਸੀਗੀਆਂ, ਤਾਂ ਉਹਨਾਂ ਨੇ ਆਪਣੀਆਂ ਸ਼ਕਤੀਆਂ ਜਿਹੜੀਆਂ ਸੀ, ਆਪਣੀਆਂ ਸੈਨਾਵਾਂ ਜਿਹੜੀਆਂ ਸੀ ਬੁਲਾ ਲਈਆਂ, ਅਤੇ ਵਿਦੇਸ਼ੀ ਸ਼ਕਤੀਆਂ ਜਿਹੜੀਆਂ ਸੀ ਚੀਨ ਦੇ ਉੱਤੇ ਜਿਹੜੀਆਂ ਸੀ ਦੂਰ ਹੋ ਗਈਆਂ ਸੀ। ਇਸ ਕਰਕੇ ਜਿਹੜਾ ਸੀ ਉੱਥੇ ਸਨਮਾਨਪੂਰਵਕ ਸਥਾਨ ਜਿਹੜਾ ਸੀ ਚੀਨ ਨੂੰ ਪ੍ਰਾਪਤ ਹੋ ਗਿਆ ਸੀ। ਯੂਨਾਨ ਦੇ ਵਿੱਚ
ਸਾਮਵਾਦੀ ਸਰਕਾਰ ਦੀ ਸਥਾਪਨਾ। ਤਾਂ 1925 ਦੇ ਵਿੱਚ ਸਾਮਵਾਦੀਆਂ ਨੇ ਕਵਾਂਗਸੀ ਪ੍ਰਦੇਸ਼ ਦੇ ਵਿੱਚ ਆਪਣੀਆਂ ਮਾਨਤਾਵਾਂ ਦੇ ਆਧਾਰ ਤੇ ਸੁਧਾਰ ਕਰਨੇ ਸ਼ੁਰੂ ਕਰਤੇ। ਹੋ ਤੁੰਗ, ਯੇ ਪਿੰਗ ਅਤੇ ਚੂ ਤੇ, ਠੀਕ ਹੈ, ਉਹ ਅਗਵਾਈ ਕਰ ਰਹੇ ਸੀ, ਲੀਡਰਸ ਸੀ ਇਹ। ਸਾਮਵਾਦੀਆਂ ਨੇ ਕਿਉਮਿਨਤਾਂਗ ਦੇ ਨੇਤਾਵਾਂ ਦੇ ਕਈ ਸੈਨਿਕਾਂ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਸਾਮਵਾਦੀਆਂ ਨੇ ਅਕਤੂਬਰ 1946 ਦੇ ਵਿੱਚ ਕਵਾਂਗਸੀ ਦਾ ਪ੍ਰਦੇਸ਼ ਛੱਡਤਾ ਅਤੇ ਸੈਂਚੀ ਦੇ ਵਿੱਚ ਜਾ ਕੇ ਸ਼ਰਨ ਲੈ ਲਈ ਤੇ ਯੂਨਾਨ ਨੂੰ ਆਪਣੀ ਰਾਜਧਾਨੀ ਬਣਾਇਆ, ਸਾਮਵਾਦੀ ਰਾਜ ਦਾ ਨਿਰਮਾਣ ਕੀਤਾ। ਤਾਂ ਸਾਮਵਾਦੀ ਦੇਸ਼ ਬਣਨਾ ਸਟਾਰਟ ਹੋ ਗਿਆ, ਤਾਂ ਕਰਕੇ ਇੱਥੇ ਜਿਹੜੀ ਸੀ ਕ੍ਰਾਂਤੀ ਆਈ ਦੂਜੀ ਵਾਲੀ, ਠੀਕ ਹੈ, ਚੀਨ ਦੇ ਵਿੱਚ। ਜਾਪਾਨ ਦੁਆਰਾ ਚੀਨ ਤੇ ਹਮਲਾ। 1 ਜੁਲਾਈ 1937 ਨੂੰ ਜਾਪਾਨ ਨੇ ਚੀਨ ਤੇ ਹਮਲਾ ਕਰਤਾ ਅਤੇ ਇਹ ਯੁੱਧ 8 ਸਾਲ ਤੱਕ ਚੱਲਿਆ। ਨਾਨਕਿੰਗ ਦੀ ਸਰਕਾਰ ਅਤੇ ਸਾਮਵਾਦੀਆਂ ਵਿਚਕਾਰ ਇੱਕ ਸਮਝੌਤਾ ਹੋ ਗਿਆ। ਇਹਨਾਂ ਨੇ ਮਿਲ ਕੇ ਸੰਯੁਕਤ ਰੂਪ ਦੇ ਵਿੱਚ ਜਾਪਾਨ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ, ਕਿਉਂਕਿ ਰੂਸ ਤੇ ਜਾਪਾਨ ਦੀ ਬਣ ਨਹੀਂ ਸੀ ਰਹੀ, ਠੀਕ ਹੈ। ਅਤੇ ਇਸ ਯੁੱਧ ਦੇ ਦੌਰਾਨ ਚਿਆਂਗ ਇੱਕ ਰਾਸ਼ਟਰੀ ਨੇਤਾ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ, ਪਰ 8 ਸਾਲ ਇਹ ਯੁੱਧ ਹੋਇਆ, ਚੀਨ ਦੀ ਹਾਰ ਹੋ ਗਈ ਤੇ ਉਸਦੇ ਸਮਰਥਕ ਵੀ ਜਿਹੜੇ ਸੀਗੇ ਉਸਦੇ ਦੁਸ਼ਮਣ ਬਣ ਗਏ। ਅਤੇ ਦੂਸਰੇ ਪਾਸੇ ਚਿਆਂਗ ਵੀ ਸਾਮਵਾਦੀਆਂ ਨੂੰ ਆਪਣਾ ਦੁਸ਼ਮਣ ਮੰਨਦਾ ਰਿਹਾ ਅਤੇ ਜਾਪਾਨ ਦੇ ਨਾਲ ਯੁੱਧ ਅਤੇ ਦੂਜੇ ਮਹਾਯੁੱਧ ਦੇ ਦੌਰਾਨ ਸਾਮਵਾਦੀਆਂ ਦਾ ਪ੍ਰਭੂਤਵ ਵੀ ਬਣਿਆ ਰਿਹਾ। ਸਾਮਵਾਦੀਆਂ ਨੇ ਜਾਪਾਨ ਦੁਆਰਾ ਛੱਡੇ ਗਏ ਖੇਤਰਾਂ ਤੇ ਮਾਰਚ 1945 ਵਿੱਚ ਆਪਣਾ ਅਧਿਕਾਰ ਕਰ ਲਿਆ, ਠੀਕ ਹੈ। ਤਾਂ ਚੀਨ ਵਿੱਚ ਗ੍ਰਹਿ ਯੁੱਧ ਛਿੜਿਆ ਹੋਇਆ ਸੀ, ਸਿਵਲ ਵਾਰ, ਠੀਕ ਹੈ, ਕਿਉਂਕਿ ਆਪਸ ਦੇ ਵਿੱਚ ਹੀ ਜਿਹੜੇ ਸੀਗੇ ਦਲ ਲੜ ਰਹੇ ਸੀ, ਜਿਹੜੇ ਨੇਤਾ ਸੀ ਉਹਨਾਂ ਦੇ ਉਦੇਸ਼ ਅਲੱਗ-ਅਲੱਗ ਸੀ। ਤਾਂ ਜਾਪਾਨ ਦੇ ਪਤਨ ਤੋਂ ਬਾਅਦ ਜਾਪਾਨ ਦੁਆਰਾ ਛੱਡੇ ਗਏ ਖੇਤਰਾਂ ਤੇ ਅਧਿਕਾਰ ਜਮਾਉਣ ਲਈ ਸਾਮਵਾਦੀ ਅਤੇ ਕਿਉਮਿਨਤਾਂਗ ਵਿੱਚ ਆਪਸੀ ਜਿਹੜੀ ਸੀ ਹੋੜ ਸਟਾਰਟ ਹੋ ਗਈ, ਕਿਉਂਕਿ ਦੋਨੋਂ ਹੀ ਕਬਜ਼ਾ ਕਰਨਾ ਚਾਹੁੰਦੇ ਸੀਗੇ, ਠੀਕ ਹੈ। ਇਸ ਕਰਕੇ ਚੀਨ ਵਿੱਚ ਗ੍ਰਹਿ ਯੁੱਧ ਛਿੜ ਗਿਆ, ਮਤਲਬ ਆਪਣੇ ਹੀ ਰਾਜਾਂ ਦੇ ਅੰਦਰ ਜਿਹੜੀ ਸੀ ਲੜਾਈਆਂ ਹੋਣੀਆਂ ਸਟਾਰਟ ਹੋ ਗਈਆਂ। ਫਿਰ ਅਮਰੀਕਾ ਨੇ ਮਤਲਬ ਕਿ ਇਹਨਾਂ ਚਿਆਂਗ ਦਾ ਅਤੇ ਮਾਓ ਤਸੇ ਤੁੰਗ ਦਾ ਜਿਹੜਾ ਸੀ ਆਪਸੀ ਸਮਝੌਤਾ ਕਰਵਾ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਨੇ ਰਾਸ਼ਟਰਵਾਦੀਆਂ ਅਤੇ ਸਾਮਵਾਦੀਆਂ ਵਿੱਚ ਸਮਝੌਤਾ ਕਰਾਉਣ ਲਈ ਆਪਣਾ ਦੂਤ ਭੇਜਿਆ, ਜਾਰਜ ਮਾਰਸ਼ਲ, ਅਤੇ ਇਹਨਾਂ ਦੇ ਯਤਨਾਂ ਕਰਕੇ 1946 ਵਿੱਚ ਸਮਝੌਤਾ ਕੀਤਾ ਗਿਆ, ਕਿਉਂਕਿ ਅੰਦਰ ਹੀ ਯੁੱਧ ਚੱਲ ਰਿਹਾ ਸੀ। ਤਾਂ ਇਹਨਾਂ ਨੂੰ ਅਮਰੀਕਾ ਨੇ ਸਮਝਾਇਆ ਕਿ ਵੀ ਚੀਨ ਵਾਲਿਆਂ ਨੂੰ ਕਿ ਯੁੱਧ ਨਾ ਕਰੋ ਆਪਸ ਦੇ ਵਿੱਚ, ਅਤੇ ਸੰਧੀ ਕਰਵਾਤੀ, ਇਹਨਾਂ ਦੀ ਸਹਿਮਤੀ ਕਰਵਾਤੀ। ਸਮਝੌਤੇ ਨੂੰ ਲਾਗੂ ਕਰਨ ਲਈ ਸਮਿਤੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰਾਸ਼ਟਰੀ ਸਰਕਾਰ, ਸਾਮਵਾਦੀ ਅਤੇ ਅਮਰੀਕਾ ਦੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਗਿਆ। ਤੇ ਫਰਵਰੀ 1946 ਦੇ ਵਿੱਚ ਇੱਕ ਸਮਝੌਤਾ ਹੋਇਆ, ਜਿਸ ਦੇ ਵਿੱਚ ਰਾਸ਼ਟਰੀ ਸਰਕਾਰ ਅਤੇ ਸਾਮਵਾਦੀਆਂ ਨੇ ਆਪਣੀਆਂ ਸੈਨਾਵਾਂ ਵਿੱਚ ਕਮੀ ਕਰ ਦਿੱਤੀ ਅਤੇ ਦੋਨਾਂ ਸੈਨਾਵਾਂ ਜਿਹੜੀਆਂ ਨੇ ਨਿਯੁਕਤ ਕਰਤੀਆਂ। ਹਰੇਕ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਹਰੇਕ ਪ੍ਰਦੇਸ਼ ਦੇ ਵਿੱਚ ਸਾਮਵਾਦੀਆਂ ਦੀ ਸੈਨਾ ਨੂੰ ਘੱਟ ਗਿਣਤੀ 'ਚ ਰੱਖਿਆ ਜਾਵੇ, ਠੀਕ ਹੈ। ਉਸ ਤੋਂ ਬਾਅਦ ਘਟਨਾਵਾਂ, ਹੌਲੀ ਹੌਲੀ ਸਾਮਵਾਦੀ ਜਿਹੜੇ ਸੀ ਰਾਸ਼ਟਰਵਾਦੀਆਂ ਤੇ ਹਾਵੀ ਹੋ ਗਏ, ਕਿਉਂਕਿ ਇੱਕ ਪਾਸੇ ਦਲ ਸੀ, ਇੱਕ ਪਾਸੇ ਸਾਮਵਾਦੀ ਸੀਗੇ। ਤਾਂ 1946 ਵਿੱਚ ਰਾਸ਼ਟਰਵਾਦੀਆਂ ਨੇ ਸਾਮਵਾਦੀਆਂ ਨੂੰ ਉੱਤਰ ਤੋਂ ਖਦੇੜ ਦਿੱਤਾ ਅਤੇ ਮੁੱਖ ਨਗਰਾਂ ਦੇ ਉੱਤੇ ਜਿਹੜੇ ਸਾਮਵਾਦੀਆਂ ਦੇ ਮੁੱਖ ਏਰੀਆ ਸੀਗੇ ਉਹਨਾਂ ਤੇ ਕਬਜ਼ਾ ਕਰ ਲਿਆ। ਉਹਨਾਂ ਦੀਆਂ ਰੇਲਵੇ ਲਾਈਨਾਂ ਜਿੱਥੇ ਵੀ ਉਹਨਾਂ ਦਾ ਏਰੀਆ ਸੀ ਉੱਥੇ ਕਬਜ਼ਾ ਕਰ ਲਿਆ। ਤਾਂ ਇਸ ਕਰਕੇ ਜਿਹੜੀ ਸੀ ਪ੍ਰਸਥਿਤੀਆਂ ਰਾਸ਼ਟਰਵਾਦੀਆਂ ਦੇ ਵਿਰੁੱਧ ਹੋ ਗਈਆਂ, ਕਿਉਂਕਿ ਉਹਨਾਂ ਨੇ ਦੋਨਾਂ ਦਾ ਆਪਸ ਦੇ ਵਿੱਚ ਫੇਰ ਜ਼ਿਆਦਾ ਜਿਹੜਾ ਸੀਗਾ ਆਪਸ ਦੇ ਵਿੱਚ ਰੈਵੋਲੂਸ਼ਨ ਸਟਾਰਟ ਹੋ ਗਈ ਸੀ ਇਹਨਾਂ ਦੀ, ਠੀਕ ਹੈ, ਰਿਵੋਲਟ ਸਟਾਰਟ ਹੋ ਗਏ ਸੀ। ਤਾਂ ਰਾਸ਼ਟਰਵਾਦੀਆਂ ਦੇ ਵਿਰੁੱਧ ਪ੍ਰਸਥਿਤੀਆਂ ਹੋ ਗਈਆਂ। ਸਾਮਵਾਦੀਆਂ ਨੇ ਉਹਨਾਂ ਨੂੰ ਮਨਚੂਰੀਆ ਦੇ ਜ਼ਿਆਦਾ ਭਾਗਾਂ ਤੋਂ ਕੱਢ ਦਿੱਤਾ ਤੇ ਮੁਕਦੇਨ, ਤਿਨਸਤਾਨ ਅਤੇ ਪੀਕਿੰਗ ਤੇ ਜਿਹੜਾ ਹੈ ਕਬਜ਼ਾ ਕਰ ਲਿਆ। ਹੌਲੀ ਹੌਲੀ ਸੰਘਾਈ ਦਾ ਖੇਤਰ, ਹਾਨਕੋ ਦਾ ਖੇਤਰ, ਹਨਿਆਂਗ ਆਦਿ ਪ੍ਰਦੇਸ਼ ਜਿਹੜੇ ਸੀ ਅਧਿਕਾਰ ਕਰ ਲਿਆ। ਤਾਂ ਕਹਿਣ ਦਾ ਮਤਲਬ ਜਿਹੜਾ ਹੈਗਾ ਸਾਮਵਾਦੀਆਂ ਵਿੱਚ ਅਤੇ ਰਾਸ਼ਟਰਵਾਦੀਆਂ ਦੇ ਵਿੱਚ ਆਪਸੀ ਯੁੱਧਾਂ ਦੇ ਕਰਕੇ ਜਿਹੜਾ ਸੀ ਕੁਝ ਏਰੀਆ ਉਹਨਾਂ ਨੇ ਕਬਜ਼ੇ 'ਚ ਕਰ ਲਏ, ਕੁਝ ਉਹ ਏਰੀਆ ਜਿਹੜੇ ਨੇ ਦੂਜੇ ਨੇ ਕਬਜ਼ੇ 'ਚ ਕਰ ਲਏ। ਰਾਸ਼ਟਰਵਾਦੀ ਹੁਣ ਅਸਫਲ ਕਿਉਂ ਹੋਏ ਨੇ, ਠੀਕ ਹੈ, ਸਾਮਵਾਦੀਆਂ ਨੂੰ ਇਹ ਖਦੇੜ ਰਹੇ ਸੀ ਲੇਕਿਨ ਖੁਦ ਜਿਹੜੇ ਹੈਗੇ ਲੋਕ ਇਹਨਾਂ ਦੇ ਪਿੱਛੇ ਪੈ ਗਏ। ਤਾਂ ਰਾਸ਼ਟਰਵਾਦੀਆਂ ਦੀ ਸਫਲਤਾ ਕਿਉਂ ਹੋਈ ਸੀ, ਕਿਉਂਕਿ ਕਿਉਮਿਨਤਾਂਗ ਦੇ ਮੈਂਬਰਾਂ 'ਚ ਏਕਤਾ ਦੀ ਕਮੀ ਸੀ, ਉਹ ਆਪਸ 'ਚ ਖੁਦ ਹੀ ਲੜੀ ਜਾ ਰਹੇ ਸੀ, ਕਰਪਸ਼ਨ ਫੈਲ ਰਹੀ ਸੀ ਅਤੇ ਸਾਮਵਾਦੀ ਬੜੇ ਅਨੁਸ਼ਾਸਿਤ ਸੀਗੇ ਲੋਕ, ਹੈ ਨਾ, ਅਤੇ ਉਹ ਸਦਾ ਲੋਕਾਂ ਦੇ ਦੁੱਖ ਦੂਰ ਕਰਨ ਲਈ ਰਹਿੰਦੇ ਸੀ। ਸਾਮਵਾਦੀ ਦਾ ਮਤਲਬ ਕੀ ਹੈਗਾ ਕਿ ਜਿਹੜੇ ਦੇਸ਼ ਦੀ ਜਨਤਾ ਦੇ ਲਈ ਕੰਮ ਕਰਦੇ ਸੀ, ਸੋਸ਼ਲ ਵੈਲਫੇਅਰ ਲਈ। ਤੇ ਕਿਉਮਿਨਤਾਂਗ ਰਾਸ਼ਟਰਵਾਦੀਆਂ ਦਾ ਦਲ ਸੀ, ਸੋ ਇਸ ਕਰਕੇ ਉਹ ਆਪਸ 'ਚ ਉਹਨਾਂ ਦੇ ਉਦੇਸ਼ ਨਹੀਂ ਸੀ ਮਿਲਦੇ, ਜਿੱਦਾਂ ਕਿ ਆਪਾਂ ਪਹਿਲਾਂ ਹੀ ਪੜ੍ਹਿਆ, ਤੇ ਆਪਸ 'ਚ ਲੜਦੇ ਰਹਿੰਦੇ ਸੀ। ਚਿਆਂਗ ਕਾਈ ਸ਼ੇਕ ਰਾਸ਼ਟਰਵਾਦੀਆਂ ਨੂੰ ਕੁਸ਼ਲ ਅਗਵਾਈ ਨਾ ਦੇ ਸਕਿਆ, ਠੀਕ ਹੈ, ਸੋ ਲੀਡਰ ਸੀਗਾ ਚਿਆਂਗ ਕਾਈ ਸ਼ੇਕ, ਸੋ ਰਾਸ਼ਟਰਵਾਦੀ ਦਲ ਨੂੰ ਇਹ ਪੂਰੀ ਤਰ੍ਹਾਂ ਉਦੇਸ਼ ਨਾ ਦੇ ਸਕਿਆ, ਸੋ ਤਾਂ ਕਰਕੇ ਵੀ ਕੰਟਰੋਲ ਉਹਨਾਂ ਤੇ ਨਹੀਂ ਰਿਹਾ, ਜਦਕਿ ਇਸ ਤੋਂ ਉਲਟ ਸਾਮਵਾਦੀ ਜਿਹੜੇ ਸੀ ਡਿਸਿਪਲਿਨਡ ਸੀਗੇ। ਰਾਸ਼ਟਰਵਾਦੀ ਸਰਕਾਰ ਮਹਿੰਗਾਈ ਤੇ ਕੰਟਰੋਲ ਨਾ ਰੱਖ ਸਕੀ ਅਤੇ ਇਸ ਲਈ ਲੋਕ ਉਹਨਾਂ ਦੇ ਵਿਰੁੱਧ ਹੋ ਗਏ। ਚਿਆਂਗ ਕਾਈ ਸ਼ੇਕ ਜਿਹੜਾ ਸੀ, ਇਹਦਾ ਸ਼ਾਸਨ ਪੁਰਾਣਾ ਢੰਗ ਦਾ ਸੀ, ਸੋ ਜ਼ਿਆਦਾ ਇਹ ਸਰਕਾਰ ਲੋਕਪ੍ਰਿਯ ਨਾ ਹੋ ਸਕੀ ਅਤੇ ਜਨ ਸਧਾਰਨ ਜਿਹੜਾ ਸੀਗਾ ਸਾਮਵਾਦੀਆਂ ਦੇ ਨਾਲ ਜਾ ਕੇ ਜੁੜ ਗਏ, ਠੀਕ ਹੈ। ਜਨ ਸਧਾਰਨ ਮਤਲਬ ਆਮ ਜਨਤਾ ਜਿਹੜੀ ਸੀਗੀ ਉਹ ਸਾਮਵਾਦੀਆਂ ਦੇ ਨਾਲ ਜਾ ਕੇ ਜੁੜ ਗਈ, ਰਾਸ਼ਟਰਵਾਦੀਆਂ ਦੇ ਓਪੋਜ਼ਿਟ ਜਾ ਕੇ। ਸਾਮਵਾਦੀਆਂ ਨੇ ਸਿਖਲਾਈ ਪ੍ਰਾਪਤ ਸੈਨਾ ਦਾ ਗਠਨ ਕੀਤਾ ਸੀ
ਜੋ ਕਿ ਰਾਸ਼ਟਰਵਾਦੀਆਂ ਨੂੰ ਆਰਾਮ ਦੇ ਨਾਲ ਹਰਾ ਸਕਦੀ ਸੀ। ਸੋ 1949 ਦੇ ਵਿੱਚ 48-49 ਦੇ ਵਿੱਚ ਜਿਹੜੀ ਕ੍ਰਾਂਤੀ ਆਈ ਹੈ ਤਾਂ ਉਹਦੇ ਪ੍ਰਭਾਵ ਕੀ ਪਏ ਨੇ। 1949 ਦੀ ਕ੍ਰਾਂਤੀ ਨਾ ਕੇਵਲ ਚੀਨ ਬਲਕਿ ਇਤਿਹਾਸ ਦੇ ਵਿੱਚ ਮਹੱਤਵਪੂਰਨ ਘਟਨਾ ਹੈ। ਤਾਂ ਜਿੱਥੇ ਇਹ ਕ੍ਰਾਂਤੀ ਹੋਰਾਂ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਸੀ ਤਾਂ ਚੀਨ ਦਾ ਸਮਾਜ ਜਿਹੜਾ ਸੀ ਇਸ ਤੋਂ ਬਚ ਨਾ ਸਕਿਆ। ਸੋ ਕਿਹੜੇ ਕਿਹੜੇ ਕਾਰਨ ਸੀਗੇ। ਫਸਟ ਆਫ ਆਲ ਤਾਂ ਸ਼ਕਤੀਸ਼ਾਲੀ ਕੇਂਦਰ ਸਰਕਾਰ। 1949 ਦੀ ਚੀਨ ਦੀ ਕ੍ਰਾਂਤੀ ਜਿਹੜੀ ਸੀਗੀ ਇਸ ਦਾ ਮੇਨ ਜਿਹੜਾ ਥੀਮ ਸੀਗਾ ਉਹ ਸੀ ਸ਼ਕਤੀਸ਼ਾਲੀ ਕੇਂਦਰੀ ਸਰਕਾਰ। ਤਾਂ ਏਕਤਾ ਸਥਾਪਿਤ ਕੀਤੀ ਇਸ ਕ੍ਰਾਂਤੀ ਨੇ। ਕੇਵਲ ਫਾਰਮੋਸਾ ਨੂੰ ਛੱਡ ਕੇ ਸਾਰਾ ਜਿਹੜਾ ਦੇਸ਼ ਸੀਗਾ ਕੇਂਦਰੀ ਸਰਕਾਰ ਦੇ ਅਧੀਨ ਆ ਗਿਆ। ਮਤਲਬ ਸਿਰਫ ਇਹ ਏਰੀਆ ਰਹਿ ਗਿਆ ਫਾਰਮੋਸਾ ਦਾ, ਬਾਕੀ ਸਾਰਾ ਇੱਕ ਹੋ ਗਿਆ। ਠੀਕ ਹੈ, ਸਿਰਫ ਇਹ ਅਲੱਗ ਹੋ ਗਿਆ ਫਾਰਮੋਸਾ। ਤਾਂ ਰਾਜਨੀਤਿਕ ਏਕਤਾ ਦੇ ਨਾਲ ਸਾਰੇ ਦੇਸ਼ 'ਚ ਇੱਕ ਸ਼ਾਸਨ ਹੋ ਗਿਆ। ਚੀਨ ਆਯੋਗ ਜਿਹੜਾ ਸੀਗਾ, ਹੁਣ ਚੀਨ ਜਿਹੜਾ ਸੀਗਾ ਅਯੋਗ ਸ਼ਾਸਨ ਤੋਂ ਭ੍ਰਿਸ਼ਟ ਸ਼ਾਸਨ ਤੋਂ ਮੁਕਤ ਹੋ ਗਿਆ, ਕਿਉਂਕਿ ਇੱਥੇ ਸਾਰੇ ਹੀ ਇੱਕ ਸੈਂਟਰ ਗਵਰਨਮੈਂਟ ਬਣ ਗਈ। ਜਿਵੇਂ ਆਪਣੇ ਭਾਰਤ 'ਚ ਸੈਂਟਰ ਗਵਰਨਮੈਂਟ ਆ ਉਵੇਂ ਉੱਥੇ ਵੀ ਬਣ ਗਈ। ਪਹਿਲਾਂ ਕੀ ਸੀ, ਸਾਰੇ ਅਲੱਗ-ਅਲੱਗ ਸੀਗੇ। ਠੀਕ ਹੈ, ਦਲ ਸੀ, ਕਿਤੇ ਕਿਤੇ ਰਾਸ਼ਟਰਵਾਦੀ ਦਲ ਸੀ, ਕਿਤੇ ਸਾਮਵਾਦੀ ਸੀ, ਪਰ ਹੁਣ ਜਿਹੜਾ ਸੀ ਸਟਰੋਂਗ ਸੈਂਟਰ ਗਵਰਨਮੈਂਟ ਬਣ ਗਈ। ਮਾਚੂ ਸ਼ਾਸਨ ਦਾ ਅੰਤ ਹੋ ਗਿਆ ਅਤੇ ਲੋਕਾਂ ਨੂੰ, ਚੀਨੀ ਲੋਕਾਂ ਨੂੰ ਸ਼ਕਤੀਸ਼ਾਲੀ ਸਰਕਾਰ ਮਿਲ ਗਈ। ਸ਼ਾਂਤੀ ਅਤੇ ਸੁਰੱਖਿਆ ਦੀ ਸਥਾਪਨਾ ਕੀਤੀ ਗਈ। ਅਵਿਵਸਥਾ ਦਾ ਅੰਤ ਹੋ ਗਿਆ, ਅਰਾਜਕਤਾ ਦਾ ਅੰਤ ਹੋ ਗਿਆ ਅਤੇ ਜਿਹੜੀ ਇਸ ਕ੍ਰਾਂਤੀ ਦਾ ਵਿਰੋਧ ਕਰਦੇ ਸੀਗੇ ਸੋ ਉਹਨਾਂ ਤੱਤਾਂ ਦਾ ਵੀ ਅੰਤ ਕਰ ਦਿੱਤਾ ਗਿਆ ਜਿਹੜੇ ਲੋਕ ਇਸ ਕ੍ਰਾਂਤੀ ਦੇ ਵਿਰੁੱਧ ਸੀ। ਸਮਾਜਿਕ ਸੁਧਾਰ ਕੀਤੇ ਗਏ ਅਤੇ ਸਮਾਜਿਕ ਬੁਰਾਈਆਂ ਦਾ ਅੰਤ ਕੀਤਾ ਗਿਆ। ਸ਼ਰਾਬ ਦਾ ਸੇਵਨ, ਵੇਸਵਾ ਵਿਰਤੀ, ਜੂਏਬਾਜੀ ਦੇ ਵਿਰੁੱਧ ਵੀ ਜਿਹੜੇ ਸੀਗੇ ਕਾਨੂੰਨ ਬਣਾਏ ਗਏ ਅਤੇ ਪੁਰਸ਼ਾਂ ਦੇ ਸਮਾਨ ਜਿਹੜੇ ਸੀਗੇ ਇਸਤਰੀਆਂ ਨੂੰ ਅਧਿਕਾਰ ਦਿੱਤੇ ਗਏ। ਪੇਂਡੂ ਅਰਥ ਵਿਵਸਥਾ ਦਾ ਪ੍ਰਭਾਵ ਪਿਆ। ਚੀਨੀ ਕ੍ਰਾਂਤੀ ਦੇ ਨਾਲ ਚੀਨ ਦੀ ਪੇਂਡੂ ਅਰਥ ਵਿਵਸਥਾ ਦੇ ਵਿੱਚ ਵੀ ਬਹੁਤ ਪਰਿਵਰਤਨ ਆਇਆ। ਜਿਹੜੇ ਵੀ ਕਿਸਾਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤਾਂ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਸੀਗੀਆਂ ਪਹਿਲਾਂ ਸਰਕਾਰ ਸੌਰਟ ਆਊਟ ਨਹੀਂ ਸੀ ਕਰਦੀ, ਲੇਕਿਨ ਕ੍ਰਾਂਤੀ ਤੋਂ ਬਾਅਦ 'ਚ ਉਹਨਾਂ ਦੇ ਬਾਰੇ ਵੀ ਸੋਚਿਆ ਗਿਆ। ਅਤੇ ਵੱਡੇ ਵੱਡੇ ਜ਼ਿਮੀਂਦਾਰ ਪਹਿਲਾਂ ਕੀ ਕਰਦੇ ਸੀ, ਐਸ਼ ਦਾ ਜੀਵਨ ਬਤੀਤ ਕਰਦੇ ਸੀ, ਲੇਕਿਨ 1949 ਤੋਂ ਬਾਅਦ 'ਚ ਭੂਮੀ ਦੀ ਦੁਬਾਰਾ ਵੰਡ ਕੀਤੀ ਗਈ ਅਤੇ ਵੱਡੇ ਜ਼ਿਮੀਂਦਾਰਾਂ ਤੋਂ ਫਾਲਤੂ ਜ਼ਮੀਨ ਲੈ ਕੇ ਛੋਟੇ ਕਿਸਾਨਾਂ 'ਚ ਵੰਡ ਦਿੱਤੀ ਗਈ ਤਾਂ ਉਹਨਾਂ ਦੀ ਹਾਲਤ ਛੋਟੇ ਕਿਸਾਨਾਂ ਦੀ ਸੁਧਰ ਗਈ। ਪਹਿਲਾਂ ਵਾਲੀ ਸਰਕਾਰ ਕੋਈ ਐਸਾ ਕੰਮ ਨਹੀਂ ਸੀ ਕਰ ਰਹੀ, ਲੇਕਿਨ ਜਿਹੜੀ 1949 ਤੋਂ ਬਾਅਦ ਸਰਕਾਰ ਬਣੀ ਹੈ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ। ਅੰਤਰਰਾਸ਼ਟਰੀ ਸੰਬੰਧਾਂ ਤੇ ਪ੍ਰਭਾਵ। 1949 ਦੀ ਕ੍ਰਾਂਤੀ ਤੋਂ ਬਾਅਦ ਦੇ ਵਿੱਚ ਅੰਤਰਰਾਸ਼ਟਰੀ ਸੰਬੰਧ ਸਥਾਪਿਤ ਕੀਤੇ ਗਏ। ਵਪਾਰੀਕਰਨ ਜਿਹੜਾ ਹੈ ਇਸ ਦੀ ਨੀਤੀ ਅਪਣਾਈ ਗਈ। ਅਮਰੀਕਾ ਦੇ ਸਨਮਾਨ ਨੂੰ ਸੱਟ ਵੱਜੀ ਕਿਉਂਕਿ ਅਮਰੀਕਾ ਦੀ ਸਰਕਾਰ ਚੀਨ ਦੀ ਰਾਸ਼ਟਰੀ ਸਰਕਾਰ ਨੂੰ ਸੈਨਿਕ ਦੇ ਰਹੀ ਸੀ, ਆਰਥਿਕ ਸਹਾਇਤਾ ਦੇ ਰਹੀ ਸੀ, ਪਰ ਉਹ ਚੀਨ ਦੇ ਵਿੱਚ ਸਾਮਵਾਦੀਆਂ ਦੇ ਪ੍ਰਭਾਵ ਨੂੰ ਵੀ ਸਮਾਪਿਤ ਕਰਨਾ ਚਾਹੁੰਦੀ ਸੀ। ਪਰ ਸਾਮਵਾਦੀਆਂ ਨੇ ਰਾਸ਼ਟਰਵਾਦੀ ਨੇਤਾ ਚਿਆਂਗ ਕਾਈ ਸ਼ੇਕ ਨੂੰ ਹੀ ਹਰਾ ਦਿੱਤਾ, ਹੈ ਨਾ। ਤਾਂ ਇਸ ਕਰਕੇ ਜਿਹੜਾ ਹੈ ਕਿਉਂਕਿ ਜਿਹੜਾ ਅਮਰੀਕਾ ਸੀ ਉਹ ਰਾਸ਼ਟਰਵਾਦੀਆਂ ਦੇ ਨਾਲ ਸੀਗਾ, ਹੈ ਨਾ, ਪਰ ਸਾਮਵਾਦੀਆਂ ਦੇ ਨਾਲ ਨਹੀਂ ਸੀ। ਅਮਰੀਕਾ ਚਾਹੁੰਦਾ ਸੀ ਸਾਮਵਾਦੀਆਂ ਦਾ ਅੰਤ ਹੋ ਜਾਏ, ਪਰ ਕੀ ਹੋਇਆ, ਸਾਮਵਾਦੀਆਂ ਨੇ ਉਲਟਾ ਰਾਸ਼ਟਰਵਾਦੀਆਂ ਨੂੰ ਹੀ ਹਰਾ ਦਿੱਤਾ। ਸੋ ਤਾਂ ਕਰਕੇ ਅਮਰੀਕਾ ਨੂੰ ਠੇਸ ਪਹੁੰਚੀ। ਇਸ ਕ੍ਰਾਂਤੀ ਦੇ ਨਾਲ ਚੀਨ ਇੱਕ ਸਾਮਵਾਦੀ ਸ਼ਕਤੀ ਦੇ ਰੂਪ 'ਚ ਉੱਭਰਿਆ ਅਤੇ ਪੱਛਮੀ ਸ਼ਕਤੀਆਂ ਅਤੇ ਸਾਮਵਾਦੀਆਂ ਵਿਚਕਾਰ ਇੱਕ ਸ਼ਕਤੀ ਦਾ ਸੰਤੁਲਨ ਜਿਹੜਾ ਸੀ ਸਥਾਪਿਤ ਹੋ ਗਿਆ। ਪਹਿਲਾਂ ਕੇਵਲ ਰੂਸ ਹੀ ਵਿਸ਼ਵ ਦੀ ਸਾਮਵਾਦੀ ਸ਼ਕਤੀ ਸੀ, ਪਰ ਹੁਣ ਜਿਹੜਾ ਸੀ ਚੀਨ ਵੀ ਕਾਫੀ ਅੱਗੇ ਆ ਗਿਆ। ਏਸ਼ੀਆ ਅਤੇ ਅਫਰੀਕਾ ਦੀਆਂ ਰਾਸ਼ਟਰ ਸ਼ਕਤੀਆਂ ਵੀ ਇਸ ਨਾਲ ਪ੍ਰਭਾਵਿਤ ਹੋਈਆਂ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਸਾਮਵਾਦੀ ਵਿਵਸਥਾ ਹੈਗੀ ਹੈ ਪੂੰਜੀਵਾਦੀ ਵਿਵਸਥਾ ਤੋਂ ਚੰਗੀ ਹੈ, ਤਾਂ ਉਹਨਾਂ ਨੇ ਚੀਨ ਦੇ ਜਿੰਨੇ ਸਾਮਵਾਦੀ ਵਿਵਸਥਾ ਸੀ ਉਹ ਵੀ ਅਪਣਾਈ। ਸਾਮਵਾਦ ਦਾ ਸਟਾਰਟਿੰਗ ਹੋ ਗਈ ਏਸ਼ੀਆ ਦੇ ਵਿੱਚ ਇਸ ਕ੍ਰਾਂਤੀ ਦੇ ਨਾਲ। 1949 ਦੀ ਕ੍ਰਾਂਤੀ ਦੇ ਨਾਲ ਜਿਹੜਾ ਸੀਗਾ ਅਫਰੀਕਾ ਦੇ ਗੁਲਾਮ ਦੇਸ਼ ਵੀ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਵੀ ਸੁਤੰਤਰਤਾ ਅੰਦੋਲਨ ਤੇਜ਼ ਕਰਤੇ ਕਿ ਅਗਰ ਚੀਨ ਦੇ ਵਿੱਚ ਐਸਾ ਕੁਝ ਹੋ ਸਕਦਾ ਤਾਂ ਸਾਡੇ ਦੇਸ਼ 'ਚ ਵੀ ਹੋ ਸਕਦਾ। ਇਸ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਚੀਨ ਦੇ ਸੰਬੰਧਾਂ 'ਚ ਫਰਕ ਆ ਗਿਆ ਅਤੇ ਰੂਸ ਦੀ ਇਸ ਕ੍ਰਾਂਤੀ ਨੇ ਆਪਣਾ ਪੂਰਾ ਸਮਰਥਨ ਜਿਹੜਾ ਸੀਗਾ ਦਿੱਤਾ ਅਤੇ ਬਾਅਦ ਦੇ ਵਿੱਚ ਉਹ ਇਹ ਅਨੁਭਵ ਕਰਨ ਲੱਗ ਗਿਆ ਕਿ ਸਾਮਵਾਦੀ ਸ਼ਕਤੀਆਂ ਵਿੱਚ ਚੀਨ ਉਸਦਾ ਕੀ ਬਣ ਗਿਆ ਹੈਗਾ, ਕੰਪੀਟੀਟਰ। ਠੀਕ ਹੈ, ਪਹਿਲਾਂ ਰੂਸ ਨੇ ਚੀਨ ਦਾ ਸਾਥ ਦਿੱਤਾ, ਲੇਕਿਨ ਬਾਅਦ 'ਚ ਉਸਨੂੰ ਪਤਾ ਲੱਗਿਆ ਕਿ ਇਸ ਕ੍ਰਾਂਤੀ ਦੇ ਬਾਅਦ 'ਚ ਤਾਂ ਚੀਨ ਜਿਹੜਾ ਹੈ ਉਹਨਾਂ ਦਾ ਕੰਪੀਟੀਟਰ ਬਣ ਗਿਆ, ਤਾਂ ਰੂਸ ਅਤੇ ਚਾਈਨਾ ਦੇ ਵਿਚਕਾਰ ਜਿਹੜਾ ਸੀ ਸੰਘਰਸ਼ ਪੈਦਾ ਹੋ ਗਿਆ। ਸੋ ਅਸੀਂ ਕਹਿ ਸਕਦੇ ਹਾਂ ਕਿ 1949 ਦੀ ਚੀਨੀ ਕ੍ਰਾਂਤੀ ਨੇ ਵਿਸ਼ਵ ਰਾਜਨੀਤੀ 'ਤੇ ਡੂੰਘਾ ਪ੍ਰਭਾਵ ਪਾਇਆ। ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ, ਲੇਕਿਨ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀ ਹੱਲ ਵੀ ਹੋਈਆਂ ਅਤੇ ਦੱਖਣੀ ਪੂਰਬੀ ਏਸ਼ੀਆ ਵਿਸ਼ਵ ਮਹਾਦੀਪ ਜਿਹੜਾ ਵਿਸ਼ਵ ਰਾਜਨੀਤੀ ਦਾ ਕੇਂਦਰ ਬਿੰਦੂ ਬਣ ਗਿਆ। ਸੋ ਚੀਨੀ ਕ੍ਰਾਂਤੀ ਦੇ ਜਿਹੜੇ ਮੁੱਖ ਰੀਜ਼ਨ ਹੈ ਉਹ ਆਪਾਂ ਕਰ ਚੁੱਕੇ ਹਾਂ। ਹੁਣ ਆਪਾਂ ਕਰਾਂਗੇ ਕਮਾਲ ਪਾਸ਼ਾ ਅਧੀਨ ਤੁਰਕੀ ਦਾ ਆਧੁਨਿਕੀਕਰਨ ਨੈਕਸਟ ਵੀਡੀਓ ਦੇ ਵਿੱਚ।